ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸੀਂ ਨਾ ਇਸ ਟਾਈਮ ਮੌਜੂਦ ਹਾਂ ਜਲਾਲਪੁਰ ਜੱਟਾਂ ਦਾ ਨਵਾਈ ਇਲਾਕਾ, ਨਵਾਈ ਗਾਉਂ ਜੀਓ ਵੰਜਲ ਦੇ ਵਿੱਚ। ਅਤੇ ਤੁਹਾਡੀ ਇਸ ਵੇਲੇ ਮੁਲਾਕਾਤ ਕਰਾਂਗੇ ਇੱਕ ਜੀਓ ਵੰਜਲ ਦੀ ਮਸ਼ਹੂਰ ਸਮਾਜੀ ਸ਼ਖਸੀਅਤ ਦੇ ਨਾਲ ਕਿ ਜਿਨ੍ਹਾਂ ਨੇ ਜਨਾਬ ਬੈਰੂਨੇ ਮੁਲਕ ਰਹਿ ਕੇ ਇੱਥੇ ਇੱਕ ਐਂ ਦਾ ਦੀਵਾ ਚਲਾਇਆ ਆਪਣੇ ਸਮਝ ਲਓ ਪੂਰੀ ਯੂਨੀਅਨ ਕੌਂਸਲ ਦੇ ਵਿੱਚ, ਗਾਉਂ ਦੇ ਵਿੱਚ, ਕਿ ਜਿਹਦੇ ਦੇ ਉੱਤੋਂ ਜਨਾਬ ਇਹਨਾਂ ਦੇ ਇਲਾਕੇ ਦੇ ਬੰਦੇ ਮੁਸਤਫੀਦ ਹੋ ਰਹੇ ਨੇ। ਅਤੇ ਇਹਨਾਂ ਦੇ ਜ਼ਿਹਨ ਵਿੱਚ ਇੱਕ ਗੱਲ ਆਈ ਕਿ ਦੁਨੀਆ ਉੱਤੇ ਰੱਖ ਫਕੀਰਾ ਐਸਾ ਬਹਿਣ ਖਲੋਣ, ਕੋਲ ਹੋਵੇਂ ਤੇ ਸਾਰੇ ਹੱਸਣ ਤੇ ਢੁੱਲ ਜਾਵੇਂ ਤੇ ਰੋਣ। ਇਹ ਜਿਹੜਾ ਇਹਨਾਂ ਕੰਮ ਕੀਤਾ ਇੱਥੇ ਸ਼ੁਰੂ ਕੀਤਾ ਆਪਣੇ ਇਲਾਕੇ ਦੇ ਵਿੱਚ, ਇਹ ਇਹਨਾਂ ਕੋਲੋਂ ਇਹਨਾਂ ਦੇ ਹਵਾਲੇ ਨਾਲ ਅਸੀਂ ਦੋ ਚਾਰ ਗੱਲਾਂ ਲਵਾਂਗੇ, ਪੁੱਛਾਂਗੇ। अस्सलाम वालेकुम जनाब। जी वालेकुम अस्सलाम वरहमतुल्लाह। ਤੁਹਾਡੇ ਕੋਲੋਂ ਜਨਾਬ ਜਲਾਲਪੁਰ ਜੱਟਾਂ ਤੋਂ ਤੁਹਾਡੇ ਕੋਲ ਤਸ਼ਰੀਫ ਲਿਆਏ ਆ। ਅਸੀਂ ਤੁਹਾਡੇ ਕੋਲ ਪੁੱਛਾਂਗੇ ਜਨਾਬ ਇਹ ਚੌਧਰੀ ਨਸੀਮੁੱਲਾ ਬੜੈਚ ਸਾਹਿਬ ਨੇ ਜੀ, ਇਹਨਾਂ ਕੋਲ ਅਸੀਂ ਜਨਾਬ ਇਹਨਾਂ ਦੇ ਜਿਹੜੇ ਸਮਾਜੀ ਕੰਮ ਜਿਹੜੇ ਇਹ ਕਰ ਰਹੇ ਨੇ ਇਹਨਾਂ ਕੋਲੋਂ ਇਹਦੇ ਹਵਾਲੇ ਨਾਲ ਗੱਲਾਂ ਕਰਾਂਗੇ ਜਨਾਬ। जी सब तो पहले तो मैं महर कमर साहब तुहाडा शुक्रगुजार हाँ जी जी और तुहाडे चैनल सांझा जलालपुर जट्टां दा भी शुक्रगुजार हाँ कि तुसीं अज साडे कोल ईद दे अज 5वें रोज़ आए हो जी जी ਤੇ ਅਸੀਂ ਵੈਲਕਮ ਕਰਨੇ ਆ ਜਨਾਬ ਤੁਹਾਨੂੰ। ਜੀ ਜੀ। ਤੇ ਅਸੀਂ ਤੁਹਾਡੇ ਕੋਲ ਪੁੱਛਾਂਗੇ ਤੁਸੀਂ ਬੈਰੂਨੇ ਮੁਲਕ ਰਹਿ ਕੇ ਤੁਹਾਨੂੰ ਜਨਾਬ ਇਹ ਜਿਹੜਾ ਤੁਸੀਂ ਇਹ ਫਲਾਹ ਇਨਸਾਨੀਅਤ ਵੈਲਫੇਅਰ ਸੁਸਾਇਟੀ ਚਲਾ ਰਹੇ ਹੋ ਜਾਂ ਯੂਨੀਅਨ ਕੌਂਸਲ ਦੇ ਵਿੱਚ ਤੁਸੀਂ ਇਹ ਸਾਰਾ ਸਿਸਟਮ ਚਲਾ ਰਹੇ ਹੋ, ਇਹ ਤੁਹਾਡੇ ਬੈਰੂਨੇ ਮੁਲਕ ਰਹਿ ਕੇ ਕਿਸ ਤਰ੍ਹਾਂ ਤੁਹਾਡੇ ਜ਼ਿਹਨ 'ਚ ਆਈ ਇਹ ਗੱਲ ਕਿ ਅਸੀਂ ਇਸ ਆਵਾਮ ਦੀ ਜਾਂ ਇਸ ਸਮਝੋ ਇਹਨਾਂ ਦੀ ਖਿਦਮਤ ਕਰੀਏ ਜਨਾਬ? ਜੀ ਮੈਂ ਸਾਊਦੀ ਅਰਬ ਦੇ ਵਿੱਚ ਤਕਰੀਬਨ 29 ਸਾਲ ਮੈਂ ਉੱਥੇ ਬਸਿਲਸਿਲਾ ਰੋਜ਼ਗਾਰ ਰਿਹਾ ਹਾਂ ਮਾਸ਼ਾਅੱਲਾ। ਤੇ ਅੱਲਾਹ ਤਾਲਾ ਨੇ ਮੈਨੂੰ ਇੱਕ ਐਸੀ ਜੌਬ ਦਿੱਤੀ ਸੀ ਜਿਹਦੇ ਵਿੱਚ ਦੁਨੀਆ ਜਾਣ ਦੀਆਂ ਸਹੂਲਤਾਂ ਸਨ। ਠੀਕ ਹੈ। ਅੱਛਾ ਪ੍ਰੋਟੋਕੋਲ ਸੀ ਤੇ ਮੈਂ ਕਦੇ ਕਦੇ ਇਹ ਗੱਲ ਸੋਚਦਾ ਹੁੰਦਾ ਸਾਂ ਕਿ ਯਾਰ ਮੇਰਾ ਜਿੱਥੋਂ ਤੋਂ ਮੈਂ ਬਿਲੋਂਗ ਕਰਨਾ ਵਾ ਮੇਰਾ ਇਲਾਕਾ ਬੜਾ ਬੈਕਵਰਡ ਹੈ। ਠੀਕ ਹੈ। ਤੇ ਅੱਲਾਹ ਨੇ ਅਗਰ ਮੈਨੂੰ ਇਹ ਸਾਰੀਆਂ ਸਹੂਲਤਾਂ ਦਿੱਤੀਆਂ ਨੇ ਤੇ ਮੈਨੂੰ ਆਪਣੇ ਪਿੰਡ ਵਾਸਤੇ ਆਪਣੇ ਲੋਕਾਂ ਵਾਸਤੇ ਵੀ ਕੋਈ ਅੱਛਾ ਕਰਨਾ ਚਾਹੀਦਾ। ਇਹ ਚੀਜ਼ ਬਾਰ-ਬਾਰ ਮੇਰੇ ਜ਼ਿਹਨ 'ਚ ਆਉਂਦੀ ਸੀ। ਫਿਰ 2018 ਜਨਵਰੀ ਦੇ ਵਿੱਚ ਸਟਾਰਟ ਵਿੱਚ ਮੈਂ ਸਭ ਤੋਂ ਪਹਿਲਾ ਇਨੀਸ਼ੀਏਟਿਵ ਲਿਆ ਕਿ ਸਾਨੂੰ ਆਪਣੇ ਪ੍ਰਾਇਮਰੀ ਸਕੂਲ ਜੀਓ ਵੰਜਲ ਦੇ ਵਿੱਚੋਂ ਉਸਾਤਜ਼ਾ ਕਰਾਮ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਸਾਡੇ ਸਕੂਲ 'ਚ ਪਾਣੀ ਖਲੋਂਦਾ ਹੈ ਜੀ ਜੀ ਔਰ ਅਗਰ ਤੁਸੀਂ ਇਹਦੇ 'ਚ ਮਿੱਟੀ ਪਵਾ ਕੇ ਇਹਦਾ ਲੈਵਲ ਥੋੜ੍ਹਾ ਉੱਚਾ ਕਰਕੇ ਸਾਨੂੰ ਇੱਥੇ ਅਸੈਂਬਲੀ ਏਰੀਆ ਕੰਕਰੀਟ ਪਵਾ ਦਿਓ। ਠੀਕ ਹੈ। ਤੇ ਸਾਡੇ ਸਕੂਲ ਦਾ ਨਿਜ਼ਾਮ ਬਿਹਤਰ ਹੋ ਸਕਦਾ। ਜੀ ਜੀ। ਮੇਰਾ ਸਭ ਤੋਂ ਪਹਿਲਾ ਪ੍ਰੋਜੈਕਟ ਜਿਹੜਾ ਉਹ ਸੀ। ਠੀਕ ਹੈ। ਅਸੀਂ ਉਹਨਾਂ ਨੂੰ ਉੱਥੇ ਕੰਕਰੀਟ ਕਰਵਾ ਕੇ ਦਿੱਤੀ, ਉਹਨਾਂ ਨੂੰ ਲੈਵਲ ਉੱਚਾ ਕਰਾ ਕੇ ਦਿੱਤਾ। ਠੀਕ ਹੈ। ਔਰ ਫਿਰ ਉਹ ਦਿਨ ਤੇ ਅੱਜ ਦਾ ਦਿਨ ਇਹ 9 ਸਾਲ ਮੈਨੂੰ ਹੋ ਗਏ ਨੇ ਕਮੋਬੇਸ਼ ਇਸ ਫਲਾਈ ਮੈਦਾਨ 'ਚ। ਠੀਕ ਹੈ। ਔਰ ਅੱਲਾਹ ਤਾਲਾ ਦਾ ਮੇਰੇ ਤੇ ਇੰਨਾ ਕਰਮ ਤੇ ਫਜ਼ਲ ਹੈ ਕਿ ਮੇਰੇ ਚਾਹਣੇ ਵਾਲੇ ਦੁਨੀਆ ਜਹਾਨ ਦੇ ਵਿੱਚ ਨੇ। ਠੀਕ ਹੈ। ਜਿਹੜੇ ਜਿੱਥੇ ਇੱਕ ਆਵਾਜ਼ ਮੈਂ ਲਗਾਨਾ ਨਾ ਕਿ ਫਲਾਂ ਕੰਮ ਕਰਨਾ ਹੈ, ਇੰਨਾ ਫੰਡ ਚਾਹੀਦਾ ਹੈ, ਤੇ ਹਮੇਸ਼ਾ ਇਸ ਤਰ੍ਹਾਂ ਹੁੰਦਾ ਕਿ ਜਿੰਨੇ ਚਾਹੀਦੇ ਹੁੰਦੇ ਨੇ ਉਹਦੇ ਤੋਂ ਵੀ ਲੋਕ ਜ਼ਿਆਦਾ ਭੇਜ ਦਿੰਦੇ ਨੇ। ਉਹ ਫਿਰ ਅਸੀਂ ਅੱਗੇ ਕਿਸੇ ਨਾ ਕਿਸੇ ਹੋਰ ਪ੍ਰੋਜੈਕਟ ਦੇ ਵਿੱਚ ਜਿਹੜਾ ਉਹ ਲਾ ਦਿੰਦੇ। ਠੀਕ ਹੈ। ਇਸ ਤੋਂ ਇਲਾਵਾ ਅਸੀਂ ਤੁਹਾਡੇ ਕੋਲ ਪੁੱਛਾਂਗੇ ਜਿਹੜੇ ਤੁਸੀਂ ਇਹ ਕੰਮ ਸਟਾਰਟ ਕੀਤਾ ਤੁਹਾਨੂੰ ਕੀ ਮੁਸ਼ਕਲਾਤ ਆਈਆਂ ਨੇ ਇਹਦੇ ਵਿੱਚ, ਲੋਕਾਂ ਦੇ ਕੋਲੋਂ ਜਾਂ ਸਰਕਾਰੀ ਤੌਰ ਦੇ ਉੱਤੇ ਕੋਈ ਮੁਸ਼ਕਲਾਤ ਆਈਆਂ ਹੁਣ ਪੇਸ਼? ਜੀ ਸਰਕਾਰੀ ਤੌਰ ਤੇ ਸਾਨੂੰ ਅੱਜ ਤੱਕ ਕੋਈ ਮੁਸ਼ਕਲ ਨਹੀਂ ਆਈ। ਠੀਕ ਹੈ। ਲੇਕਿਨ ਪਰਸਨਲੀ ਸਾਨੂੰ ਬੜੀਆਂ ਮੁਸ਼ਕਲਾਤ ਆਈਆਂ ਨੇ ਕਿ ਜਦੋਂ ਮੈਂ ਇਹ ਕੰਮ ਦਾ ਆਗਾਜ਼ ਕੀਤਾ ਸੀ ਨਾ ਜੀ ਜੀ ਤੇ ਮੇਰੇ ਉਸ ਵਕਤ ਵੀ ਫੈਮਿਲੀ ਮੈਂਬਰਾਂ ਵੀ ਔਰ ਮੇਰੇ ਜਿਹੜੇ ਬਹੁਤ ਜ਼ਿਆਦਾ ਕਰੀਬੀ ਯਾਰ ਦੋਸਤ ਸਨ, ਠੀਕ ਹੈ, ਉਹ ਮੈਨੂੰ ਇਹ ਗੱਲ ਕਹਿੰਦੇ ਸਨ ਕਿ ਯਾਰ ਅਗਰ ਤੂੰ ਕੋਈ ਅੱਛਾ ਕਰਨਾ ਹੈ ਨਾ ਠੀਕ ਹੈ, ਤੇ ਚੁੱਪ ਚਪੀਤੇ ਜਿਹੜਾ ਨਾ ਉਹ ਕਰ ਲਿਆ ਕਰ, ਗਰੁੱਪ ਬਣਾ ਕੇ ਸੋਸਾਇਟੀ ਬਣਾ ਕੇ ਕਰੇਗਾ ਨਾ ਜੀ ਜੀ ਤੇ ਇਹਦੇ ਵਿੱਚ ਤੇਰੀ ਕਿਰਦਾਰ ਕਸ਼ੀ ਵੀ ਲੋਕ ਕੱਲ ਨੂੰ ਕਰਨਗੇ, ਜੀ ਜੀ ਤੇਰੇ ਤੇ ਉਂਗਲੀਆਂ ਵੀ ਉਠਾਣਗੇ, ਤੈਨੂੰ ਬੁਰਾ ਭਲਾ ਵੀ ਕਹਿਣਗੇ, ਕਿਉਂਕਿ ਪਿੰਡਾਂ ਦੇ ਲੋਕਾਂ ਦੀ ਥੋੜੀ ਮੈਂਟੈਲਿਟੀ ਜਿਹੜੀ ਹੈ ਨਾ ਹੋਰ ਹੁੰਦੀ ਹੈ, ਉਹ ਥੋੜੀ ਜਿਹੀ ਡਿਫਰੈਂਟ ਹੁੰਦੀ ਹੈ। ਜੀ ਜੀ ਕਿਉਂਕਿ ਇੱਥੇ ਬਰਾਦਰੀਜ਼ਮ ਹੁੰਦਾ ਹੈ, ਇੱਥੇ ਸਿਆਸਤ ਇਨਵਾਲਵ ਹੁੰਦੀ ਹੈ, ਸ਼ਰੀਕੇ ਹੁੰਦੇ ਨੇ। ਜੀ ਜੀ ਲੇਕਿਨ ਮੈਂ ਫਿਰ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਕੇ ਮੈਂ ਆਖਿਆ ਜੀ ਮੈਂ ਅੱਲਾ ਦੀ ਰਜ਼ਾ ਵਾ ਤੇ ਕਰਨਾ ਨਾ ਤੇ ਸਭ ਤੋਂ ਪਹਿਲਾਂ ਮੈਂ ਆਪਣੀ ਅੰਦਰ ਦੀ ਅਨਾਹ ਨੂੰ ਮਾਰਾਂਗਾ ਤੇ ਤਾਂ ਮੈਂ ਇਹ ਕੰਮ ਕਰ ਸਕਣਾ, ਵਰਨਾ ਨਹੀਂ ਕਰ ਸਕਦਾ। ਉਹਦੇ ਵਿੱਚ ਫਿਰ ਅੱਜ ਦਿਨ ਤੱਕ ਵੀ ਮੈਨੂੰ ਮੁਸ਼ਕਲਾਤ ਨੇ। ਜੀ ਜੀ ਇਹ ਨਾ ਮੁਸ਼ਕਲਾਤ ਖਤਮ ਨਹੀਂ ਹੋਣੀਆਂ ਜਿੰਨਾ ਚਿਰ ਵੀ ਮੈਂ ਜਿੰਦਾ ਵਾਂ ਜਾਂ ਮੈਂ ਫਲਾਈ ਕੰਮ ਕਰਨਾ ਨਾ ਪਿਆ, ਉਹਨਾਂ ਚਿਰ ਲੋਕਾਂ ਦੀਆਂ ਉਂਗਲੀਆਂ ਵੀ ਮੇਰੀ ਤਰਫ ਉੱਠਣਗੀਆਂ। ਦੁਨੀਆ ਦੇ ਚੰਗੇ ਵੀ ਹੈ ਨੇ ਲੋਕ ਤੇ ਮਾੜੇ ਵੀ ਹੈ। ਅਸੀਂ ਇਹ ਗੱਲ ਆਨੇ ਕਿ ਅਸਾਂ ਕਿਸੇ ਦਾ ਮਾੜਾ ਨਹੀਂ ਕੀਤਾ। ਕਰੋੜਾਂ ਰੁਪਏ ਦੇ ਕੰਮ ਇਸ ਜੀਓ ਵੰਜਲ ਵਿੱਚ ਸਰਾਊਂਡਿੰਗ ਏਰੀਆ ਦੀਆਂ 2 ਯੂਨੀਅਨ ਕੌਂਸਲਾਂ ਦੇ ਵਿੱਚ ਕਰਾ ਦਿੱਤੇ ਨੇ, ਜਿਹੜੇ ਉਹ ਤਰੀਕ ਸਾਜ਼ ਕੰਮ ਕਰਾ ਦਿੱਤੇ ਨੇ ਕਿ ਜਿਹੜੇ ਸਾਡੇ ਏਰੀਏ ਦੇ ਵਿੱਚ ਅੱਜ ਤੱਕ ਨਾ ਕਿਸੇ ਕਰਾਏ ਨੇ ਤੇ ਨਾ ਅੱਗੋਂ ਹੀ ਕਿਸੇ ਕਰਾਣੇ। ਠੀਕ ਹੈ। ਮੈਂ ਵੀ ਨਾ ਅਕਸਰ ਤੁਹਾਡੇ ਨਾ ਇਹ ਸਮਝ ਲਓ ਫੇਸਬੁੱਕ ਤੇ ਤੁਹਾਡੇ ਨਾਲ ਐਡ ਸਾਂ, ਮੈਂ ਤੁਹਾਡੀਆਂ
ਫਲਾਈ ਕੰਮ ਸਾਰੇ ਦੇਖਦਾ ਰਹਿੰਦਾ ਹਾਂ। ਮੇਰੇ ਨੂੰ ਜ਼ਾਤੀ ਤੌਰ ਤੇ ਮੈਨੂੰ ਦਿਲੀ ਖੁਸ਼ੀ ਵੀ ਹੁੰਦੀ ਸੀ ਤੇ ਮੇਰੀ ਜ਼ਾਤੀ ਦਿਲ ਦੀ ਖੁਆਇਸ਼ ਵੀ ਸੀ ਕਿ ਮੈਂ ਤੁਹਾਡੇ ਨਾਲ ਮੁਲਾਕਾਤ ਵੀ ਕਰਾਂ, ਤੇ ਉਹ ਅੱਜ ਮੈਨੂੰ ਸਾਦਤ ਵੀ ਤੁਹਾਡੀ ਨਸੀਬ ਹੋਈ ਹੈ ਜਨਾਬ, ਅੱਲਾ ਨੇ ਮੈਨੂੰ ਸਾਦਤ ਵੀ ਨਸੀਬ ਕੀਤੀ ਹੈ। ਇਸ ਸਵਾਲ ਨਾਲ ਮੈਂ ਤੁਹਾਡੇ ਕੋਲ ਦੂਸਰਾ ਸਵਾਲ ਵੀ ਪੁੱਛਾਂਗਾ ਕਿ ਤੁਹਾਡੇ ਇਸ ਯੂਨੀਅਨ ਕੌਂਸਲ ਦੇ ਵਿੱਚ ਜਿਹੜੀ ਤੁਸੀਂ ਕਿੰਨੀਆਂ ਸੁਸਾਇਟੀਆਂ ਚਲਾ ਰਹੇ ਹੋ? ਇਸ ਵਕਤ ਜੀ ਮੈਂ ਇੱਕ ਫਲਾਹ ਇਨਸਾਨੀਅਤ ਵੈਲਫੇਅਰ ਸੁਸਾਇਟੀ ਜੀਓ ਵੰਜਲ ਦੇ ਨਾਂ ਤੋਂ, ਜੀ ਇੱਕ ਦੂਸਰੀ ਜਿਹੜੀ ਹੈ ਉਹਦਾ ਨਾਂ ਹੈ ਠੱਠਾ ਮੂਸਾ ਮੰਡਾਲਾ ਯੂਨੀਅਨ ਕੌਂਸਲ ਫਲਾਈ ਸੁਸਾਇਟੀ, ਠੀਕ ਹੈ ਜਿਹੜੀ ਉਹ ਮੰਡਿਆਲਾ ਯੂਨੀਅਨ ਕੌਂਸਲ ਔਰ ਠੱਠਾ ਮੂਸਾ ਯੂਨੀਅਨ ਕੌਂਸਲ ਦੇ ਨਾਂ ਤੋਂ ਬਣਾਈ ਹੈ। ਔਰ ਇਹਨਾਂ ਦੋ ਯੂਨੀਅਨ ਕੌਂਸਲਾਂ 'ਚ ਅਸੀਂ ਕੰਮ ਕਰਨੇ ਆ, ਜੀ ਔਰ ਇਹਨਾਂ ਦੋਵਾਂ ਦਾ ਫਿਰ ਆਸਾਨ ਮੁਖਫਫ ਅਲਫਾਜ਼ ਜਿਹੜੇ ਨੇ ਅਸਾਂ ਰੱਖੇ ਨੇ ਫਲਾਹ ਇਨਸਾਨੀਅਤ ਗਰੁੱਪ ਗੁਜਰਾਤ। ਮਾਸ਼ਾਅੱਲਾ ਜੀ ਤੇ ਇਹਦੇ ਵਿੱਚ ਤੁਸੀਂ ਕਿੰਨੇ ਕੁ ਪ੍ਰੋਜੈਕਟ ਜਾਂ ਕਿੰਨੇ ਕੁ ਕੰਮ ਕੀਤੇ ਨੇ? ਇਹ ਜਿਹੜੇ ਸਾਡੇ ਵੇਖਣ ਵਾਲੇ ਨਾਜ਼ਰੀਨ, ਇਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹਨਾਂ ਦੇ ਵਿੱਚ ਵੀ ਸ਼ੌਕ ਪੈਦਾ ਹੋਵੇ ਤੇ ਜ਼ੋਕ ਪੈਦਾ ਹੋਵੇ ਕਿ ਇਹ ਵੀ ਫਲਾਈ ਕੰਮ ਕਰਨ ਅੱਲਾ ਦੀ ਰਜ਼ਾ ਵਾਸਤੇ। ਜੀ ਬਿਲਕੁਲ, ਜੀ। ਮੈਂ ਉਹ ਤੁਹਾਨੂੰ ਆਪਣੇ ਜਿਹੜੇ ਕਾਰਨਾਮੇ ਨੇ ਉਹਨਾਂ ਦਾ ਮੈਸੇਜ ਵੀ ਤੁਹਾਨੂੰ ਸੈਂਡ ਕਰ ਦਿਆਂਗਾ। ਜੀ ਮੈਂ ਚੰਦ ਮੋٹے 165 ਫਲਾਈ ਕਾਰਨਾਮੇ ਜਿਹੜੇ ਨੇ ਨਾ ਜੀ। ਉਹਦੀ ਡਿਟੇਲ ਮਾਸ਼ਾਅੱਲਾ ਇਕੱਠੀ ਕੀਤੀ ਹੈ, ਜੀ ਲੇਕਿਨ ਉਹ ਸਾਰੇ ਮੈਂ ਇੱਥੇ ਤੁਹਾਨੂੰ ਵੀਡੀਓ ਵਿੱਚ ਬਿਆਨ ਨਹੀਂ ਲੈ ਕਰ ਸਕਦਾ। ਸਕਾਂਗਾ। ਲੇਕਿਨ ਚੰਦ ਚੀਜ਼ਾਂ ਦੋ, ਜਿਹੜੇ ਨੇ ਤਿੰਨ, ਚਾਰ ਉਹ ਤੁਸੀਂ ਜੀ ਤੁਹਾਡੇ ਨਾਜ਼ਰੀਨ ਦੇ ਸ਼ਊਰ ਵਾਸਤੇ ਮੈਂ ਉਹ ਬਿਆਨ ਕਰ ਦੇਣਾ ਜੀ ਕਿ ਇੱਕ ਵਕਤ ਉਹ ਸੀ ਸਾਡੇ ਪਿੰਡ ਦੇ ਵਿੱਚ ਕੋਈ ਬੰਦਾ ਮਰੀਜ਼ ਰਾਤ ਨੂੰ ਕਿਸੇ ਨੂੰ ਕੋਈ ਮਸਲਾ ਮਸਾਇਲ ਬਣ ਜਾਂਦਾ ਸੀ ਤੇ ਬੰਦੇ ਜਾਨ ਤੋਂ ਚਲੇ ਜਾਂਦੇ ਸਨ ਤੇ ਸਾਡੇ ਪਿੰਡੋਂ ਗੱਡੀ ਨਹੀਂ ਸੀ ਮਿਲਦੀ। ਪਹਿਲੀ ਐਂਬੂਲੈਂਸ ਅਸਾਂ ਜੀਓ ਵੰਜਲ ਦੇ ਵਿੱਚ ਬਣਾਈ, ਮਾਸ਼ਾਅੱਲਾ, ਜਿਹੜੀ ਅੱਜ ਵੀ ਜੀਓ ਵੰਜਲ 'ਚ ਵੀ ਕੰਮ ਕਰਦੀ ਹੈ। ਦੂਸਰੀ ਐਂਬੂਲੈਂਸ ਅਸਾਂ ਅਹਿਲ ਇਲਾਕਾ ਵਾਸਤੇ ਬਣਾਈ ਹੈ, ਜਿਹੜੀ ਚੌਧਰੀ ਜ਼ਹੀਰ ਸਾਹਿਬ ਦੀ ਜ਼ੇਰੇ ਨਿਗਰਾਨੀ ਠੱਠਾ ਮੂਸਾ 'ਚ ਆਪਰੇਟ ਹੁੰਦੀ ਹੈ ਤੇ ਪੂਰੇ ਇਲਾਕੇ ਵਿੱਚ ਤੁਹਾਡੇ ਜਲਾਲਪੁਰ ਤੱਕ ਜਿੱਥੇ ਕੋਈ ਬੁਲਾਉਂਦਾ ਉਹ ਜਾਂਦੀ ਹੈ। ਜੀ ਮਾਸ਼ਾਅੱਲਾ। ਜੀਓ ਵੰਜਲ ਦੇ ਵਿੱਚ ਸਾਫ਼ ਸਫਾਈ ਦਾ ਬੜਾ ਮਸਲਾ ਸੀ। ਠੀਕ ਹੈ। ਆਪਣਾ ਲੋਡਰ ਰਕਸ਼ਾ ਖਰੀਦ ਕੇ ਦੀਗਰ ਸਮਾਨ ਖਰੀਦ ਕੇ ਪਿੰਡ ਵਾਲਿਆਂ ਨੂੰ ਬਲਦੀਆ ਦਾ ਨਿਜ਼ਾਮ ਬਣਾ ਕੇ ਦਿੱਤੇ। ਮਾਸ਼ਾਅੱਲਾ, ਇਹ ਕੰਮ ਤੇ ਵੈਸੇ ਸਰਕਾਰੀ ਨੇ ਜੀ ਹਾਂ। ਪਹਿਲੀ ਦਫਾ 500 ਬੰਦੇ ਦਾ ਟੈਂਟ ਸਰਵਿਸ ਬਣਾਇਆ ਸੀ, ਮਾਸ਼ਾਅੱਲਾ, ਦੂਸਰੀ ਦਫਾ 300 ਬੰਦੇ ਦਾ ਟੈਂਟ ਸਰਵਿਸ ਬਣਾਇਆ, ਜਿਹਦੇ ਚ ਜਿਹੜੇ ਅਸੀਂ ਪਿੰਡਾਂ ਦੇ ਲੋਕ ਰਹਿਣ ਵਾਲੇ ਆ, ਸਾਡੀ ਖੁਸ਼ੀ ਗਮੀ ਦੀ ਹਰ ਜ਼ਰੂਰਤ ਦੀ ਚੀਜ਼ ਮੌਜੂਦ ਹੈ। ਜਨਰੇਟਰ, ਬਰਤਨ, ਡੈਡ ਬਾਡੀਆਂ ਦੇ ਫਰੀਜ਼ਰ, ਕਫਨ ਦਾ ਕੱਪੜਾ ਅਸੀਂ ਫਰੀ ਦਿੰਦੇ ਆ, ਮਈਤਾਂ ਦਾ ਗੁਸਲ ਦਾ ਸਮਾਨ, ਕਬਰਾਂ ਦੀਆਂ ਪੜੀਆਂ ਅਸੀਂ ਰੱਖੀਆਂ ਨੇ। ਦੀਗਰ ਕੰਮਾਂ ਦੇ ਵਿੱਚੋਂ ਅਗਰ ਤੁਸੀਂ ਕਾਬਲੇ ਜ਼ਿਕਰ ਵੇਖੋ ਤੇ ਅਸੀਂ ਮਸਜਿਦ ਖੁਲਫਾਏ ਰਾਸ਼ਿਦੀਨ ਬਣਾਈ ਹੈ। ਮਾਸ਼ਾਅੱਲਾ, ਅਸੀਂ ਮਸ਼ਰਕੀ ਜਨਾਜ਼ੇ ਗਾਹ 'ਚ 9 ਸਾਲ ਹੋ ਗਏ ਨੇ ਸਾਨੂੰ ਪੈਸੇ ਲਾਉਂਦਿਆਂ, ਔਰ ਜਾਣ ਤੋਂ ਪਹਿਲੇ ਤੁਹਾਨੂੰ ਮੈਂ ਉਹਦਾ ਵਿਜ਼ਿਟ ਵੀ ਕਰਾਂਗਾ, ਯਕੀਨਨ ਤੁਸੀਂ ਖੁਸ਼ ਹੋਵੋਗੇ। ਇਸ ਤੋਂ ਇਲਾਵਾ ਅਸਾਂ ਠੱਠੇ ਮੂਸੇ ਇੱਕ ਛੋਟੀ ਬ੍ਰਾਂਚ ਰੱਖੀ ਹੈ, ਇੱਕ ਲੋਹਾਰ ਦੀ ਪਿੰਡੀ ਬ੍ਰਾਂਚ ਰੱਖੀ ਹੈ, ਔਰ ਕੁਝ ਸਮਾਨ ਅਸਾਂ ਉਹਨਾਂ ਦੋ ਜਗ੍ਹਾ ਤੇ ਵੀ ਰਖਾਏ ਹੈ। ਪਿੰਡ ਦੀਆਂ 4 ਦਫਾ ਮੈਂ ਸੜਕਾਂ ਬਣਾ ਕੇ ਦੇ ਚੁੱਕਿਆ ਮਾਸ਼ਾਅੱਲਾ। ਆਪਣੀ ਮਦਦ ਆਪ ਦੇ ਤਹਿਤ ਆਪਣੇ ਓਵਰਸੀਜ਼ ਤੇ ਆਪਣੇ ਮੈਂਬਰਾਨ ਜਿਹੜੇ ਨੇ ਉਹਨਾਂ ਦੇ ਫੰਡ ਦੇ ਨਾਲ, ਠੀਕ ਹੈ, ਜਿਹੜੀਆਂ ਕਿ ਉਹ ਅਗਰ ਉਹ ਸਾਰੀ ਰਕਮ ਇਨਕਲੂਡ ਕੀਤੀ ਜਾਏ ਤਾਂ ਬਹੁਤ ਵੱਡੀ ਹੈਵੀ ਬਣਦੀ ਹੈ। ਠੀਕ ਹੈ। ਫਿਰ ਅਸੀਂ ਬਹੁਤ ਸਾਰੀਆਂ ਬੱਚੀਆਂ ਨੇ ਜਿਨ੍ਹਾਂ ਨੂੰ ਜੇਜ਼ ਦਾ ਸਮਾਨ ਦਿੱਤਾ ਹੈ। ਠੀਕ ਹੈ। ਇਲਾਜ ਮੁਆਲਜੇ ਦੀ ਸਹੂਲਤ, ਬੱਚਿਆਂ ਨੂੰ ਪੜ੍ਹਾਈ ਜਿਹੜੇ ਨਹੀਂ ਅਫੋਰਡ ਕਰ ਸਕਦੇ ਉਹਨਾਂ ਵਾਸਤੇ ਅਸੀਂ ਜਿਹੜਾ ਨਾ ਉਹ ਇਸ ਤਰ੍ਹਾਂ ਦੇ ਮਾਮਲਾਤ ਵੀ ਕਰ ਰਹੇ ਹਾਂ। ਸਕੂਲਾਂ ਕਾਲਜਾਂ ਵਾਲੇ ਵੀ ਸਾਨੂੰ ਸਾਡੇ ਬਿਆਫ ਦੇ ਉੱਤੇ ਬੱਚਿਆਂ ਨੂੰ ਕੰਸੈਸ਼ਨ ਦੇ ਦਿੰਦੇ ਨੇ। ਤੇ ਇਲਾਜ ਮੁਆਲਜੇ ਦੀ ਮਦ ਵਿੱਚ ਬਹੁਤ ਸਾਰੇ ਅਸੀਂ ਜਿਹੜਾ ਨਾ 4 ਅਸੀਂ ਡੈਡ ਬਾਡੀ ਦੇ ਫਰੀਜ਼ਰ ਰੱਖੇ ਨੇ। ਠੀਕ ਹੈ। ਜਿਹੜੇ ਕਿ ਪਹਿਲੇ ਇਸ ਤਰ੍ਹਾਂ ਹੁੰਦਾ ਸੀ ਕਿ ਅਗਰ ਕੋਈ ਫੁਤਗੀ ਹੋ ਜਾਂਦੀ ਸੀ ਤੇ ਜਾ ਕੇ ਡੈਡ ਬਾਡੀ ਖਾਰੀਏ ਹਸਪੀਟਲ 'ਚ ਰਖਾਣੀ ਪੈਂਦੀ। ਠੀਕ ਹੈ। ਹੁਣ ਸਾਡੇ ਕੋਲ ਜਿਹਦਾ ਦਿਲ ਕਰਦਾ, ਜਿਹਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਬਣਦੀ, ਉਹ ਫਰੀਜ਼ਰ ਆਪਣੇ ਘਰ ਜਾ ਕੇ ਲਾ ਲੈਂਦੇ ਨੇ, ਆਪਣਾ ਜਿਹੜਾ ਉਹ ਟਾਈਮ ਪਾਸ ਕਰ ਲੈਂਦੇ ਨੇ। ਠੀਕ ਹੈ। ਗਰਜ਼ ਇਹ ਜਿਹਦੇ ਦਫ਼ਤਰ 'ਚ ਤੁਸੀਂ ਬੈਠੇ ਹੋ, ਇਹ ਮੇਰੀ 11 ਮਰਲੇ ਜ਼ਮੀਨ ਹੈ, ਜਿਹਦੇ 'ਚ ਮੈਂ ਆਪਣਾ 1 ਸਾਲ ਪਹਿਲੇ 50 ਲੱਖ ਰੁਪਇਆ ਲਾ ਕੇ ਤੇ ਇਹ ਨਾਲੇ ਤੇ ਆਪਣੀ ਜ਼ਰੂਰਤ ਵਾਸਤੇ ਬਣਾਈ ਹੈ ਵੇਦੀ, ਤੇ ਇਹ ਦਫ਼ਤਰ ਤੁਸੀਂ ਇਹ ਦੇਖ ਸਕਦੇ ਹੋ, ਇਹ ਫਲਾਈ ਕੰਮਾਂ ਵਾਸਤੇ ਬਣਾਏ ਆ। ਦੂਸਰਾ ਤੁਹਾਡੇ ਕੋਲ ਪਿੱਛੇ ਸਮਾਨ ਪਏ ਆ, ਪੱਖੇ ਪਏ ਨੇ ਜੀ, ਇਹ ਤੁਸੀਂ ਪਹਿਲੇ ਵੀ ਸਾਨੂੰ ਦੱਸ ਰਹੇ ਕੋਈ ਡੋਨੇਸ਼ਨ ਕੀਤਾ ਕਿਸੇ ਬੰਦੇ ਨੇ, ਤੇ ਇਹ ਕਿੱਥੇ ਦੇ ਬੰਦੇ ਨੇ ਜਿਨ੍ਹਾਂ ਜਨਾਬ ਇਹ ਤੁਹਾਨੂੰ ਇਹ ਜਨਾਬ 6 ਪੱਖੇ ਜਿਹੜੇ ਆ ਪਏ ਨੇ ਨਾ, ਇਹ ਆਪਣੇ ਸਾਡੇ ਜੀਓ ਵੰਜਲ ਦੇ ਨੇ, ਚੌਧਰੀ ਤਾਰਕ ਮਹਿਮੂਦ ਚੀਮਾ ਸਾਹਿਬ, ਉਹਨਾਂ ਦੇ ਵੱਡੇ ਭਾਈ ਜਿਹੜੇ ਫੌਤ ਹੋ ਗਏ ਸਨ 1 ਸਾਲ ਪਹਿਲੇ, ਇਹ ਉਹਨਾਂ ਦੇ ਨੇ ਆਪਣੇ ਸਾਲੇ ਸਵਾਬ ਵਾਸਤੇ ਦਿੱਤੇ ਨੇ, ਜਿਹੜੇ ਅਸੀਂ ਜਨਾਜ਼ੇ ਗਾਹ 'ਚ ਲਵਾਉਣੇ ਨੇ। ਇਹ ਫਰਨੀਚਰ ਜਿਹੜਾ ਹੈ ਇਹ ਹਾਜੀ ਨਜ਼ੀਰ ਸਾਹਿਬ ਜੰਜੂਆ ਜਨਰਲ ਫਰਨੀਚਰ ਗੁਜਰਾਤ ਵਾਲੇ, ਇਹ ਸਾਰਾ ਇਹ ਡੋਨੇਸ਼ਨ ਉਹਨਾਂ ਦੀ ਤਰਫ ਸਾਰੀ ਜੀ। ਤੇ ਅਸੀਂ ਪੁੱਛਣਾ ਚਾਹਾਂਗੇ ਤੁਹਾਡੇ ਨਾਲ ਕਿੰਨੇ ਕੁ ਨਾਜ਼ਰੀਨ ਜਾਂ ਕਿੰਨੇ ਕੁ ਬੰਦੇ ਜਿਹੜੇ ਤੁਹਾਡੇ ਨਾਲ ਜੁੜੇ ਨੇ, ਜਿਹੜੇ ਇਸ ਨਿਜ਼ਾਮ ਨੂੰ ਪੂਰੀ ਸਮਝ ਲਓ ਯੂਨੀਅਨ ਕੌਂਸਲ ਨੂੰ ਚਲਾ ਰਹੇ ਨੇ? ਜੀ, ਇਹਦੇ ਵਿੱਚ ਸਰ ਅਰਜ਼ ਇਸ ਤਰ੍ਹਾਂ ਹੈ ਕਿ ਬਹੁਤ ਸਾਰੇ ਸਾਡੇ ਮੈਂਬਰਾਨ ਉਹ ਹੁੰਦੇ ਨੇ ਜਿਹੜੇ ਅੱਗੇ ਸ਼ੋਅ ਨਹੀਂ ਹੁੰਦੇ, ਗੁਮਨਾਮ ਜਿਨ੍ਹਾਂ ਨੂੰ ਅਸੀਂ ਆਮ ਲਫ਼ਾਜ਼ 'ਚ ਲਿਖਦੇ ਨੇ, ਔਰ ਫਿਰ ਕੁਝ ਐਸੇ ਲੋਕ ਨੇ ਜਿਹੜੇ ਆਂਦੇ ਨੇ ਕਿ ਠੀਕ ਹੈ ਜੀ
ਤੁਸੀਂ ਸਾਡਾ ਨਾਂ ਸ਼ੋਅ ਕਰ ਸਕਦੇ ਹੋ, ਕਰ ਸਕਦੇ ਕਿਉਂਕਿ ਪਿੰਡਾਂ ਥਾਵਾਂ 'ਚ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੀਆਂ ਸਾਹਮਣੇ ਆਣੇ ਦੀ ਵਜ੍ਹਾ ਨਾਲ ਬਹੁਤ ਸਾਰੀਆਂ ਪ੍ਰੋਬਲਮ ਕ੍ਰੀਏਟ ਹੁੰਦੀਆਂ ਨੇ। ਉਹ ਫਿਰ ਕੁਝ ਬੰਦੇ ਹੁੰਦੇ ਨੇ ਜਿਹੜੇ ਫੇਸ ਕਰ ਲੈਂਦੇ ਨੇ, ਤੇ ਕੁਝ ਫਿਰ ਉਹ ਆਂਦੇ ਨੇ ਕਿ ਸਾਡਾ ਨਾਂ ਨਹੀਂ ਤੁਸੀਂ ਲਿਖਣਾ। ਕੁਝ ਵੇਖੋ ਵੇਖੀ ਵੀ ਪੈਸੇ ਦਿੰਦੇ ਨੇ ਕੁਝ। ਜੀ ਜੀ ਹਾਂ, ਇੰਜ ਵੀ ਹੁੰਦਾ। ਸਾਨੂੰ ਅੱਜ ਤੱਕ ਭਾਈਜਾਨ ਪੈਸੇ ਦੀ ਪ੍ਰੋਬਲਮ ਨਹੀਂ ਹੈ। ਮਾਸ਼ਾਅੱਲਾ, ਕੋਈ ਵੀ ਪ੍ਰੋਜੈਕਟ ਸ਼ੁਰੂ ਕੀਤਾ ਨਾ ਤੇ ਸਾਡੇ ਕੋਲ 1 ਰੁਪਿਆ ਵੀ ਨਹੀਂ ਹੁੰਦਾ, ਅੱਲਾਹ ਪਾਕ ਲੇਕਿਨ ਜਿਸ ਵਕਤ ਅਸੀਂ ਅਨਾਉਂਸ ਕਰ ਦਿੰਦੇ ਆ ਜੀ ਜੀ ਅੱਲਾਹ ਦੀ ਗੈਬੀ ਮਦਦ ਆ ਜਾਂਦੀ ਹੈ। ਜੀ ਅੱਲਾਹ ਪਾਕ ਦਿਲਾਂ ਦੇ ਵਿੱਚ ਪਾ ਦਿੰਦਾ ਜਨਾਬ ਕਿ ਇਹ ਕੰਮ ਚੰਗਾ ਹੈ ਤੇ ਕਰਨਾ ਚਾਹੀਦਾ ਹੈ। 8 ਫੈਮਲੀਆਂ ਜਿਨ੍ਹਾਂ ਨੂੰ ਅਸੀਂ ਘਰ ਬਣਾ ਕੇ ਦਿੱਤੇ ਨੇ। ਮਾਸ਼ਾਅੱਲਾ, ਇਹ ਪਿਛਲਾ ਸੈਲਾਬ ਜਿਹੜਾ 2025 ਚ ਗੁਜ਼ਰਿਆ, 40 ਲੱਖ ਰੁਪਇਆ ਐਸੇ ਆਫਸ ਦੇ ਵਿੱਚ ਰਾਸ਼ਨ ਦੀ ਮਦ ਵਿੱਚ ਔਰ ਕੈਸ਼ ਦੀ ਸ਼ਕਲ ਦੇ ਵਿੱਚ ਅਸਾਂ ਲੋਕਾਂ ਨੂੰ ਇੱਥੇ ਪੂਰੇ ਇਲਾਕੇ 'ਚ ਤਕਸੀਮ ਕੀਤਾ ਹੈ। ਮਾਸ਼ਾਅੱਲਾ, ਮੈਂ ਤੁਹਾਨੂੰ ਦੱਸਿਆ ਜਿਸ ਵੇਲੇ ਮੈਂ ਫਲਾਈ ਕਾਰਨਾਮੇ ਅਗਰ ਬਿਆਨ ਕਰਾਂ ਤੇ ਬਹੁਤ ਸਾਰੇ ਤੇ ਉਹ ਨੇ ਜਿਹੜੇ ਮੇਰੇ ਜ਼ਿਹਨ 'ਚ ਉਸ ਵੇਲੇ ਭੁੱਲ ਜਾਂਦੇ ਨੇ, ਇੰਨੇ ਇੱਕ ਕੰਮ ਅਸੀਂ ਕਰ ਚੁੱਕੇ। ਦੂਸਰਾ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ, ਜਿਹੜਾ ਤੁਹਾਡਾ ਸੁਸਾਇਟੀ ਦਾ ਬਰਤਨਾਂ ਵਾਲਾ ਨਿਜ਼ਾਮ ਹੈ, ਜਿਹੜਾ ਦਰੀਆਂ ਰੱਖੀਆਂ ਨੇ, ਬਰਤਨ ਰੱਖੇ ਨੇ, ਪੱਖੇ, ਇਹ ਤੁਹਾਡੀ ਯੂਨੀਅਨ ਕੌਂਸਲ ਤੱਕ ਮਹਿਦੂਦ ਨਹੀਂ ਹੈ? ਬਾਹਰ ਤੁਹਾਡਾ ਕੋਈ ਸ਼ਹਿਰ ਸਿਟੀ ਜਲਾਲਪੁਰ ਜੱਟਾਂ ਜੀ ਕੋਈ ਬੰਦਾ ਖੜ ਸਕਦਾ ਹੈ? ਜੀ, ਇਹ ਜਿਹੜਾ ਜੀਓ ਵੰਜਲ ਦਾ ਸਮਾਨ ਹੈ ਨਾ, ਇਹ ਜੀ। ਖਾਲਸ ਜੀਓ ਵੰਜਲ ਵਾਸਤੇ ਵੀ। ਠੀਕ ਹੈ ਜਿਹੜਾ ਜਲਾਲਪੁਰ ਨੂੰ ਅਗਰ ਕਿਸੇ ਨੂੰ ਚਾਹੀਦਾ ਹੋਵੇ ਜਾਂ ਸਰਾਊਂਡਿੰਗ ਏਰੀਆ ਚਾਹੀਦਾ ਹੋਵੇ, ਜੀ ਜੀ ਕੁਝ ਸਮਾਨ ਸਾਡਾ ਜਿਹੜਾ ਨਾ ਉਹ ਲੁਹਾਰ ਦੀ ਪਿੰਡੀ, ਠੀਕ ਉੱਥੇ ਹੈ ਸਾਡਾ ਸਬ ਆਫਿਸ ਉੱਥੇ ਪਿਆ ਠੀਕ ਹੈ ਤੇ ਇਸ ਤੋਂ ਹਟ ਕੇ ਫਿਰ ਚੌਧਰੀ ਜ਼ਹੀਰ ਸਾਹਿਬ ਠੱਠਾ ਮੂਸਾ ਵਾਲੇ ਜਿਹੜੇ ਨੇ, ਠੀਕ ਹੈ ਉਹਨਾਂ ਦੇ ਕੋਲ ਸਮਾਨ ਹੈ ਉਹ ਜਿਹੜਾ ਸਾਡੇ ਤੋਂ ਵੀ ਜ਼ਿਆਦਾ ਹੈ ਉਹਨਾਂ ਕੋਲ। ਮਾਸ਼ਾਅੱਲਾ, ਦੇਗਾਂ ਤੱਕ ਉਹਨਾਂ ਕੋਲ ਪਈਆਂ ਨੇ। ਠੀਕ ਉਹ ਹੈ। ਜਿਸ ਨੂੰ ਜ਼ਰੂਰਤ ਹੋਵੇ ਉਹ ਚੌਧਰੀ ਜ਼ਹੀਰ ਸਾਹਿਬ ਨਾਲ ਜ਼ਹੀਰ ਲੰਬੜਦਾਰ ਸਾਹਿਬ ਕੋਲ। ਜੀ। ਤੇ ਦੂਸਰਾ ਮੈਂ ਪੁੱਛਣਾ ਚਾਹਾਂਗਾ, ਤੁਹਾਡੀ ਯੂਨੀਅਨ ਕੌਂਸਲ ਦੇ ਵਿੱਚ ਕਿੰਨੇ ਕੁ ਗਾਉਂ ਨੇ ਜਿਹੜਾ ਇਹ ਨਿਜ਼ਾਮ ਇਹ ਸਾਰਾ ਜੀ ਚੱਲਦਾ? ਤਕਰੀਬਨ ਕੁਝ 24 ਗਾਂ ਨੇ। ਮਾਸ਼ਾਅੱਲਾ, ਜੀ ਹਾਂ। ਠੀਕ ਹੈ। ਤੇ ਕਿੰਨੇ ਕੁ ਅਰਸਾ ਜ਼ਿੰਦਗੀ ਤੁਸੀਂ ਬਾਹਰ ਗੁਜ਼ਾਰ ਕੇ ਆਏ ਹੋ? ਮੈਂ ਜਨਾਬ ਉੱਥੇ 29 ਸਾਲ ਗੁਜ਼ਾਰੇ ਨੇ ਔਰ ਠੀਕ। ਹੁਣ ਮੈਂ ਤਕਰੀਬਨ 2 ਮਹੀਨੇ ਹੋ ਗਏ ਨੇ ਹੁਣ ਫਿਨਿਸ਼ ਆ ਗਿਆ ਠੀਕ ਔਰ ਹੈ, ਹੁਣ ਮੈਂ ਇੱਥੇ ਹੀ ਆਪਣੇ ਇਲਾਕੇ ਤੇ ਆਪਣੇ ਪਿੰਡ ਦੀ ਖਿਦਮਤ ਖਿਦਮਤ ਵਾਸਤੇ ਕਰਨ। 24 ਘੰਟੇ ਮੌਜੂਦ ਹਾਂ। ਤੇ ਦੂਸਰਾ ਇੱਕ ਅਹਿਮ ਆਖਰੀ ਸਵਾਲ ਹੈ ਮੇਰਾ, ਕਦੇ ਤੁਹਾਨੂੰ ਆਪਣੀ ਘਰ ਦੀ ਤਰਫੋਂ ਕੋਈ ਮੁਸ਼ਕਲਾਤ ਆਵੇ, ਆਪਣੇ ਬੱਚਿਆਂ ਦੀ ਤਰਫੋਂ, ਆਪਣੀ ਫੈਮਿਲੀ ਦੀ ਤਰਫੋਂ, ਫਲਾਈ ਕੰਮ ਕਰਨ ਦੇ ਕਰਦਿਆਂ ਤੁਹਾਨੂੰ ਕੋਈ ਫਲਾਈ ਤੇ ਤੁਹਾਨੂੰ ਕੋਈ ਮੁਸ਼ਕਲਾਤ ਪੇਸ਼ ਆਈ ਹੋਵੇ, ਤੁਹਾਡੇ ਬੱਚਿਆਂ ਨੇ ਕੋਈ ਤੁਹਾਡੇ ਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਵੀ ਕਿ ਕੀ ਕੰਮ ਕਰ ਸਕਦੇ ਹੋ? ਜੀ ਬਿਲਕੁਲ, ਮੈਂ ਤੁਹਾਨੂੰ ਇਹ ਥੋੜਾ ਜਿਹਾ ਤਫਸੀਲ ਨਾਲ ਬਿਆਨ ਕਰਾਂਗਾ ਕਿ ਅਗਰ ਮੇਰੇ ਘਰ ਦੇ ਮੇਰਾ ਸਾਥ ਨਾ ਦੇਣ ਤੇ ਮੈਂ ਇਹ ਨਿਜ਼ਾਮ ਕਦੇ ਵੀ ਚਲਾ ਨਹੀਂ ਨਹੀਂ ਸਕਦਾ। ਚਲਾ ਸਕਦੇ ਠੀਕ ਹੈ, ਜੀ। ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਘਰ ਦੀ ਸਪੋਰਟ ਦੀ ਇੰਝ ਹੀ ਜ਼ਰੂਰਤ ਗੱਲ, ਹੁੰਦੀ ਹੈ, ਬਿਲਕੁਲ ਆਪਣੇ ਭੈਣਾਂ ਭਾਈਆਂ ਦੀ ਸਪੋਰਟ ਇੰਝ ਹੀ ਦੀ ਗੱਲ। ਜ਼ਰੂਰਤ ਹੁੰਦੀ ਹੈ। ਮੇਰੀ ਮਿਸਿਸ ਜਿਹੜੀ ਹੈ, ਇਹ ਜਿੰਨਾ ਟੈਂਟ ਸਰਵਰ ਦਾ ਸਮਾਨ ਅੱਗੇ ਤੁਹਾਨੂੰ ਦੱਸਿਆ ਨਾ, ਜੀ, ਇਹ ਜੀ। ਮੇਰੇ ਘਰ ਪਿਆ ਹੈ, ਆਫਿਸ 'ਚ ਨਹੀਂ, ਉੱਥੇ ਪਿਆ ਹੈ। ਘਰ ਤੇ ਇੱਥੇ ਥੋੜਾ ਸਮਾਨ ਹੈ ਠੀਕ ਹੈ ਜਿਹੜਾ ਕਿ ਮੇਰਾ ਬੇਟਾ ਅਬਦੁੱਲਾ ਔਰ ਮੇਰੀ ਮਿਸਿਸ ਜਿਹੜੀ ਹੈ ਉਹ ਲੋਕਾਂ ਨੂੰ ਦਿੰਦੇ ਸਮਾਨ ਨੇ, ਦਿੰਦੇ ਗਿਣ ਨੇ। ਕੇ ਔਰ ਗਿਣ ਕੇ ਲੈਂਦੇ ਨੇ ਪਿੰਡ ਦੇ ਵਿੱਚ ਪਿੰਡ ਦੇ ਵਿੱਚ। ਠੀਕ ਹੈ, ਕਿਉਂਕਿ ਬੰਦਿਆਂ ਨੂੰ ਜੀ, ਵਾਕਫੀਅਤ ਜੀ, ਹੁੰਦੀ ਹੈ ਇੰਝ ਹੀ ਕੌਣ ਗੱਲ। ਲੈ ਕੇ ਜਾ ਰਿਹਾ ਜੀ, ਕੌਣ ਜੀ। ਲੈ ਕੇ। ਦੂਸਰਾ, ਜਿੰਨੀ ਖਿਦਮਤ ਮੈਂ ਕਰਨਾ ਨਾ, ਇੰਨੀ ਸਮਝੋ ਕਿ ਮੇਰੀ ਮਿਸਿਸ ਵੀ ਨਾਲ ਕਰਦੀ ਹੈ ਮਾਸ਼ਾਅੱਲਾ, ਤੇ ਮੈਨੂੰ ਆਪਣੀ ਫੈਮਿਲੀ ਦੀ ਭਰਪੂਰ ਸਪੋਰਟ ਹੈ ਔਰ ਖਾਸ ਕਰ ਮੇਰੇ ਜਿਹੜੇ ਕਜ਼ਨ ਨੇ, ਮੇਰੇ ਭਾਈ ਨੇ, ਮੇਰਾ ਛੋਟਾ ਭਾਈ ਕਲੀਮੁੱਲਾ ਹੈ, ਉਹਦੇ ਬੱਚੇ ਨੇ, ਅੱਗੇ ਉਹ ਇੱਥੇ ਹੀ ਰਹਿੰਦੇ ਸਨ, ਹੁਣ ਜਲਾਲਪੁਰ ਸ਼ਿਫਟ ਹੋ ਗਏ ਨੇ। ਮਾਸ਼ਾਅੱਲਾ, ਹਰ ਵਕਤ ਉਹ ਮੇਰੇ ਸਿਰ ਤੇ ਹੁੰਦੇ ਨੇ। ਮੇਰੀਆਂ ਸਿਸਟਰਸ, ਮੇਰੀਆਂ ਕਜ਼ਨ, ਕੋਈ ਮੇਰਾ ਰਿਲੇਟਿਵ ਐਸਾ ਨਹੀਂ ਕਿ ਜਿਹਦੀ ਮੈਨੂੰ ਸਪੋਰਟ ਨਾ ਹੋਵੇ। ਮੈਂ ਮਾਸ਼ਾਅੱਲਾ, ਉਹਨਾਂ ਸਭ ਤੋਂ ਜ਼ਿਆਦਾ ਫੰਡ ਤੇ ਮੈਨੂੰ ਦਿੰਦੀ ਮੇਰੀ ਫੈਮਿਲੀ ਹੈ। ਇੰਝ ਹੀ ਮੈਨੂੰ ਗੱਲ। ਲੱਖ ਰੁਪਏ ਦੀ ਜ਼ਰੂਰਤ ਹੋਵੇ, ਮੈਂ ਹੁਣੇ ਫੋਨ ਕਰਾਂ ਮੈਨੂੰ ਫਲਾਂ ਕੰਮ ਵਾਸਤੇ ਚਾਹੀਦਾ, ਕੋਈ ਬੰਦਾ ਨਾ ਮੈਨੂੰ ਦੇ, ਮੇਰੀ ਫੈਮਿਲੀ ਮੈਨੂੰ ਦੇ ਦਿੰਦੀ ਹੈ। ਮਾਸ਼ਾਅੱਲਾ, ਮੇਰੇ ਐਸੇ ਯਾਰ ਦੋਸਤ ਕਿ ਜਿਨ੍ਹਾਂ ਦੇ ਉੱਤੇ ਮੈਂ ਅੱਖ ਬੰਦ ਕਰਕੇ ਇਤਬਾਰ ਕਰਨਾ। ਮੈਂ ਮਾਸ਼ਾਅੱਲਾ, ਹੁਣੇ ਇੱਥੇ ਤੁਹਾਡੇ ਬੈਠਿਆ ਕਿਸੇ ਨੂੰ ਫੋਨ ਕਰਾਂ ਨਾ ਜੀ ਕਿ ਜੀ ਮੈਨੂੰ 50,000 ਚਾਹੀਦਾ, ਲੱਖ ਚਾਹੀਦਾ, ਮੈਂ ਫਲਾਂ ਕੰਮ ਕਰਨਾ, ਠੀਕ ਹੈ। ਕਸਮ ਖੁਦਾ ਦੀ ਸ਼ਾਮ ਤੋਂ ਪਹਿਲਾਂ ਪੈਸੇ ਪਹੁੰਚਾ। ਇਸ ਤਰ੍ਹਾਂ ਦੇ ਦੋਸਤ ਨੇ, ਤਾਂ ਕਰੋੜਾਂ ਰੁਪਏ ਦੇ ਕੰਮ ਹੋ ਗਏ। ਮਾਸ਼ਾਅੱਲਾ, ਇੰਝ ਹੀ ਗੱਲ। ਤੋ ਜੀ, ਮੈਂ ਆਪਣੇ ਜਿੰਨੇ ਵੀ ਸਾਡੇ ਵੇਖਣ ਵਾਲੇ, ਤੱਕਣ ਵਾਲੇ, ਸੁਣਨ ਵਾਲੇ, ਮੈਂ ਉਹਨਾਂ ਨੂੰ ਇਹ ਹੀ ਅਹਿਮ ਪੈਗਾਮ ਦੇਣਾ ਚਾਹਾਂਗਾ, ਕੋਈ ਵੀ ਅਗਰ ਬੰਦਾ ਕਿਸੇ ਗਾਉਂ 'ਚ ਰਹਿੰਦਾ ਪਿਆ, ਸ਼ਹਿਰ 'ਚ ਰਹਿੰਦਾ ਪਿਆ, ਤੁਹਾਨੂੰ ਸਾਰਿਆਂ ਨੂੰ ਚਾਹੀਦਾ ਆਪਣੇ ਆਂਢੀਆਂ ਗੁਆਂਢੀਆਂ ਹਮਸਾਇਆਂ ਨੂੰ ਵੇਖ ਕੇ ਜਨਾਬ, ਅਗਰ ਕੋਈ ਬੰਦਾ ਮਾੜਾ ਹੈ ਤਾਂ ਮੁਸਤਹਿਕ ਕਿ ਉਹਦੀ ਸਭ ਤੋਂ ਪਹਿਲਾਂ ਤੇ ਉਹਦੀ ਮਦਦ ਕਰਨੀ ਚਾਹੀਦੀ ਹੈ, ਆਪਣੇ ਰਿਸ਼ਤੇਦਾਰਾਂ ਦੀ ਵੀ। ਤੇ ਜਿੰਨੇ ਵੀ ਉਹ ਸਿਆਸੀ, ਸਮਾਜੀ ਜਾਂ ਬੰਦਾ ਉਹ ਕੰਮ ਕਰ ਰਿਹਾ, ਉਹ ਸਿਰਫ ਅੱਲਾ ਦੀ ਰਜ਼ਾ ਵਾਸਤੇ ਕਰ ਰਿਹਾ। ਇਹਦੇ ਵਿੱਚ ਸਾਡੇ ਜਨਾਬ ਨਸੀਮੁੱਲਾ ਵੜਾਇਚ ਸਾਹਿਬ ਵੀ ਸਨ, ਜਿਨ੍ਹਾਂ ਦਾ ਅਸਾਂ ਅੱਜ ਇੰਟਰਵਿਊ ਕੀਤਾ। ਅੱਲਾਹ ਪਾਕ ਇਹ ਜਨਾਬ ਇਹਨਾਂ ਨੂੰ ਅਜਰ ਅੱਲਾਹ ਪਾਕ ਨੇ ਦੇਣਾ, ਕਿਸੇ ਨੇ ਕੀ ਦੇਣਾ ਜਨਾਬ। ਤੇ ਇਹ ਜਿਹੜੇ ਕੋਈ ਵੀ ਬੰਦਾ, ਮੇਰਾ ਅਹਿਮ ਮੈਸੇਜ ਹੈ, ਕੋਈ ਵੀ ਬੰਦਾ ਅਗਰ ਕੋਈ ਫਲਾਈ ਕੰਮ ਕਰਦਾ ਉਹਨੂੰ ਅਜਰ ਮੇਰੇ ਅੱਲਾਹ ਤਾਲਾ ਨੇ ਦੇਣਾ, ਕਿਸੇ ਦਾ ਕੋਈ ਕਮਾਲ ਨਹੀਂ ਹੈ। ਤੇ ਇਹ ਆਪਣੇ ਇਲਾਕੇ 'ਚ, ਆਪਣੀਆਂ ਗਲੀਆਂ 'ਚ, ਆਪਣੇ ਸ਼ਹਿਰਾਂ 'ਚ, ਆਪਣੇ ਮੁਹੱਲਿਆਂ 'ਚ ਚਾਹੀਦਾ ਕਿ ਆਪਣੇ ਮੁਹੱਲਿਆਂ ਤੱਕ ਜਨਾਬ, ਸ਼ਹਿਰਾਂ ਤੱਕ ਮਹਦੂਦ ਹੋਣਾ ਚਾਹੀਦਾ ਕਿ ਆਪਣੇ ਮੁਹੱਲੇ 'ਤੇ ਨਜ਼ਰ ਰੱਖੀ ਜਾਏ। ਅਗਰ ਉੱਥੇ ਕੋਈ ਕੰਮ ਉਹ ਹੁਕੂਮਤ ਨਹੀਂ ਕਰਾ ਸਕਦੀ ਤੇ ਉਹ ਰਲ ਮਿਲ ਕੇ ਸਾਰਿਆਂ ਦੋਸਤਾਂ ਭਾਈਆਂ ਨੂੰ ਜਨਾਬ ਕਰਾਉਣਾ ਚਾਹੀਦਾ ਜਨਾਬ। ਇਸ ਤੋਂ ਬਾਅਦ ਜਨਾਬ ਮੈਂ ਆਪਣੇ ਜਿੰਨੇ ਵੀ ਨਾਜ਼ਰੀਨ ਨੇ ਉਹਨਾਂ ਨੂੰ ਰੱਬ ਰੱਖਾ ਜਨਾਬ।